ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸੋ ਸਟੂਡੈਂਟਸ, ਆਪਾਂ ਜਿਹੜੇ ਟੌਪਿਕ ਬਾਰੇ ਡਿਸਕਸ਼ਨ ਕਰ ਰਹੇ ਸੀ ਉਸ ਦਾ ਨਾਮ ਸੋਲਿਊਸ਼ਨ ਸੀ, ਜਿਹਦੇ ਮੈਂ ਆਪਣੀ ਪਹਿਲੀ ਵੀਡੀਓ ਦੇ ਵਿੱਚ ਸਿੰਪਲ ਸੋਲਿਊਸ਼ਨ ਦੀ ਡੈਫੀਨੇਸ਼ਨ ਬਾਰੇ ਅਤੇ ਉਹਦੇ 'ਚ ਯੂਜ਼ ਹੋਣ ਵਾਲੀਆਂ ਬੇਸਿਕ ਟਰਮ ਬਾਰੇ ਡਿਸਕਸ ਕੀਤਾ। ਹੁਣ ਆਪਾਂ ਜਿਹੜੇ ਟੌਪਿਕ ਬਾਰੇ ਡਿਸਕਸ਼ਨ ਕਰਨੀ ਹੈ, ਦੈਟ ਇਜ਼ ਦ ਕੰਸਨਟ੍ਰੇਸ਼ਨ ਆਫ ਏ ਸੋਲਿਊਸ਼ਨ। ਹਾਊ ਯੂ ਵਿਲ ਡਿਫਾਈਨ ਦੈਟ ਦ ਟਰਮ concentration. So what is the concentration? This is the amount of solute present in given quantity of solution. ਦਿੱਤੇ ਹੋਏ ਸੋਲਿਊਸ਼ਨ ਦੇ ਅਮਾਊਂਟ ਦੇ ਵਿੱਚ ਕਿੰਨਾ ਸੋਲਿਊਟ ਘੁਲਿਆ ਹੋਇਆ ਹੈ, ਦੈਟ ਇਜ਼ ਨੋਨ ਐਜ਼ ਕੰਸਨਟ੍ਰੇਸ਼ਨ। ਕੰਸਨਟ੍ਰੇਸ਼ਨ ਨੂੰ ਜੇ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਅਸੀਂ ਡਿਸਕਸ ਕਰੀਏ ਤਾਂ ਅਸੀਂ ਇਹਨੂੰ ਕਿਸੇ ਵੀ ਸੋਲਿਊਸ਼ਨ ਦੀ ਗਾੜਾਪਨ ਵੀ ਕਹਿੰਦੇ ਹਾਂ, right? Concentration of a solution. Now how to express the concentration of a solution? We have some different method to express the concentration of a solution, ਔਰ ਉਹ different method ਹੈ ਕਿਹੜੇ ਆ ਸਾਡੇ ਕੋਲ, ਆਪਾਂ ਇੱਕ ਇੱਕ ਕਰਕੇ ਉਹ ਮੈਥਡ ਜਿਹੜੇ ਆ ਉਹ ਡਿਸਕਸ ਕਰਾਂਗੇ। ਸਾਰਿਆਂ ਨਾਲ ਪਹਿਲਾਂ we have 6 different techniques to express the concentration of a solution, right? ਉਹ ਕਿਹੜੀ ਆ? ਸਾਰਿਆਂ ਨਾਲ ਪਹਿਲੇ ਨੰਬਰ 'ਤੇ ਆਪਾਂ strength, second one is molarity, third one is molality, then normality, then mole fraction ਵੀ ਹੈਗੀ ਹੈ ਜੀ ਸਾਡੇ ਕੋਲ, and mass fraction, and last one is formality. ਜਿਹਦੇ ਵਿੱਚੋਂ ਸਾਡੇ ਸਿਲੇਬਸ ਦੇ ਵਿੱਚ ਸਿਰਫ ਆਹ ਵਾਲੀਆਂ ਟਰਮਸ ਹੀ ਹੈਗੀਆਂ, ਬਾਕੀ ਦੀਆਂ ਜਿਹੜੀਆਂ ਟਰਮਸ ਆ ਉਹ ਸਾਡੇ ਸਿਲੇਬਸ ਦੇ ਵਿੱਚ ਨਹੀਂ ਹੈਗੀਆਂ, ਇਸ ਕਰਕੇ ਅਸੀਂ ਇਹਨਾਂ ਨੂੰ ਡਿਸਕਸ ਨਹੀਂ ਕਰਾਂਗੇ। ਸੋ ਫਸਟ ਟਰਮ ਜਿਹੜੀ ਮੈਂ ਹੁਣ ਡਿਸਕਸ ਕਰਨ ਲੱਗੀ ਹਾਂ, ਦੈਟ ਇਜ਼ ਦ ਸਟਰੈਂਥ। So how you will explain the strength of a solution? So strength, ਜਿਸ ਤਰੀਕੇ ਦੇ ਨਾਲ ਤੁਸੀਂ ਇਹ ਸਾਰੀਆਂ ਕੰਸਨਟ੍ਰੇਸ਼ਨ ਟਰਮ ਕਰਨੀ ਹੈ, ਉਹਦਾ ਇੱਕ ਮੈਂ ਸੀਕੁਐਂਸ ਬਣਾਇਆ ਹੋਇਆ, ਤੁਸੀਂ ਇਸ ਸੀਕੁਐਂਸ ਨੂੰ ਯਾਦ ਰੱਖਣਾ ਹੈ। ਸੀਕੁਐਂਸ ਕੀ ਹੈ? ਪਹਿਲੇ ਨੰਬਰ 'ਤੇ ਜਿਹੜੀ ਵੀ ਕੰਸਨਟ੍ਰੇਸ਼ਨ ਟਰਮ ਮੈਂ ਸਮਝਾਉਂਗੀ ਤੁਸੀਂ ਉਹਦਾ ਡੈਫੀਨੇਸ਼ਨ ਲਿਖਣੀ ਹੈ। ਸੈਕਿੰਡ ਨੰਬਰ 'ਤੇ ਤੁਸੀਂ ਉਸ ਕੰਸਨਟ੍ਰੇਸ਼ਨ ਟਰਮ ਦਾ ਸਿੰਬਲ ਯੂਜ਼ ਕੀ ਹੁੰਦਾ ਉਹ ਲਿਖਣਾ, ਦੈਨ ਫਾਰਮੂਲਾ, ਫਿਰ ਉਹਦੀਆਂ ਯੂਨਿਟ, ਫਿਰ ਉਹਦੇ 'ਤੇ ਟੈਂਪਰੇਚਰ ਦਾ ਕੀ ਇਫੈਕਟ ਹੁੰਦਾ, ਉਹ ਚੀਜ਼ਾਂ ਡਿਸਕਸ ਕਰਨੀਆਂ ਆਪਾਂ। ਸੋ ਜੇ ਆਪਾਂ ਆਪਣੀ ਕੰਸਨਟ੍ਰੇਸ਼ਨ ਟਰਮ, ਪਹਿਲੀ ਕੰਸਨਟ੍ਰੇਸ਼ਨ ਟਰਮ ਆਪਾਂ ਡਿਸਕਸ ਕਰਦੇ ਹਾਂ, ਦੈਟ ਇਜ਼ ਦ ਸਟਰੈਂਥ। So strength is the definition. Strength is defined as the number of grams of solute dissolved per liter of solution, right? What is strength? Number of grams of solute dissolved per liter of solution. 1 ਲੀਟਰ ਸੋਲਿਊਸ਼ਨ ਦੇ ਵਿੱਚ ਤੁਸੀਂ ਕਿਸੇ ਵੀ ਸੋਲਿਊਟ ਦੇ ਕਿੰਨੇ ਗ੍ਰਾਮ ਘੋਲੇ ਹੋਏ ਆ, ਦੈਟ ਇਜ਼ ਨੋਨ ਐਜ਼ ਦ ਸਟਰੈਂਥ ਆਫ ਏ ਸੋਲਿਊਸ਼ਨ। ਔਰ ਸਟਰੈਂਥ ਵਾਸਤੇ ਅਸੀਂ ਨਾਰਮਲੀ ਸਿੰਬਲ ST ਯੂਜ਼ ਕਰਦੇ ਹਾਂ। ਸਟਰੈਂਥ ਮੰਨ ਲਓ ਜੇ ਅਸੀਂ ਕਿਸੇ ਸੋਲਿਊਸ਼ਨ ਦੇ ਵਿੱਚ 1 ਗ੍ਰਾਮ 1 ਲੀਟਰ 'ਚ ਘੋਲਿਆ ਤਾਂ ਉਹਦੀ ਸਟਰੈਂਥ ਹੋਊਗੀ 1 ਗ੍ਰਾਮ ਪਰ ਲੀਟਰ। ਜੇ 2 ਗ੍ਰਾਮ ਘੋਲਿਆ ਤਾਂ 2 ਗ੍ਰਾਮ ਪਰ ਲੀਟਰ, ਜੇ 4 ਗ੍ਰਾਮ ਘੋਲਿਆ ਤਾਂ 4 ਗ੍ਰਾਮ ਪਰ ਲੀਟਰ। ਸੋ ਇਹ ਚੀਜ਼ ਯਾਦ ਰੱਖਣੀ ਹੈ ਤੁਸੀਂ। ਸੋ ਵਟ ਇਜ਼ ਦ ਸਟਰੈਂਥ? ਦਿਸ the number of grams of solute dissolved per liter of solution. Strength ਜਿਹੜੀ ਹੈ ਇਹਨੂੰ ਐਕਸਪ੍ਰੈਸ ਕਰਨ ਦਾ ਸਾਡੇ ਕੋਲ ਕੀ ਹੈ ਫਾਰਮੂਲਾ? Number of grams of solute divided by volume of solution in liters, right? What is the formula for strength? Number of grams of solute divided by volume of solution in liters. So ਤੁਸੀਂ ਇਹ ਫਾਰਮੂਲਾ ਯਾਦ ਰੱਖਣਾ ਹੈ। ਜੇ ਤਾਂ ਵੋਲੀਅਮ ਸੋਲਵੈਂਟ ਦਾ ਸੋਲਿਊਸ਼ਨ ਦਾ ਲੀਟਰ ਦੇ ਵਿੱਚ ਦਿੱਤਾ ਹੋਇਆ ਤਾਂ ਤੁਸੀਂ ਇਹ ਫਾਰਮੂਲਾ ਯੂਜ਼ ਕਰ ਸਕਦੇ ਹੋ। ਜੇ ਸਾਨੂੰ ਮਿਲੀਲੀਟਰਸ ਦੇ ਵਿੱਚ ਦਿੱਤਾ ਹੋਇਆ ਤਾਂ ਇਸ ਫਾਰਮੂਲੇ ਦੇ ਵਿੱਚ ਵੋਲੀਅਮ ਆਫ ਸੋਲਿਊਸ਼ਨ ਇਨ ਮਿਲੀਲੀਟਰਸ ਲਿਖ ਕੇ ਉਹਨੂੰ 1000 ਨਾਲ ਮਲਟੀਪਲਾਈ ਕਰ ਦੇਣਾ। ਯੂਨਿਟਸ ਆਫ ਸਟਰੈਂਥ, ਸਟਰੈਂਥ ਦੀਆਂ ਯੂਨਿਟ ਗ੍ਰਾਮ ਪਰ ਲੀਟਰ, ਨੰਬਰ ਆਫ ਗ੍ਰਾਮਸ ਉੱਪਰ ਆ ਰਹੇ ਆ, ਸੋਲਿਊਸ਼ਨ ਦਾ ਵੋਲੀਅਮ ਨੀਚੇ ਆ ਰਿਹਾ ਤਾਂ ਗ੍ਰਾਮ ਤੇ ਨੀਚੇ ਕੀ ਆਣਗੇ ਲੀਟਰ, ਸੋ ਯੂਨਿਟ ਵਿਲ ਬੀ ਗ੍ਰਾਮ ਪਰ ਲੀਟਰ। ਇਫੈਕਟ ਆਫ ਟੈਂਪਰੇਚਰ, ਟੈਂਪਰੇਚਰ ਦਾ ਕੀ ਅਸਰ ਹੁੰਦਾ ਕਿਸੇ ਵੀ ਸੋਲਿਊਸ਼ਨ ਦੀ ਸਟਰੈਂਥ ਦੇ ਉੱਤੇ?
ਸਟਰੈਂਥ ਰਾਜੇ, ਸਟਰੈਂਥ ਦੇ ਵਿੱਚ ਅਸੀਂ ਇਹਦਾ ਫਾਰਮੂਲਾ ਕੀ ਹੈ? ਸਟਰੈਂਥ ਜਦੋਂ ਅਸੀਂ ਲਿਖਦੇ ਹਾਂ ਇਹਦੇ ਕੇਸ ਦੇ ਵਿੱਚ ਅਸੀਂ ਗ੍ਰਾਮਸ ਮਾਸ ਉੱਪਰ ਰੱਖਦੇ ਹਾਂ, ਚੀਜ਼ ਦਾ ਵੋਲੀਅਮ ਨੀਚੇ ਰੱਖਦੇ ਹਾਂ। ਦਿਸ ਮੀਨ ਟੂ ਸੇ ਆ ਜਿਹੜੀ ਸਟਰੈਂਥ ਹੈ ਇਟ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਵੋਲੀਅਮ ਐਂਡ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਮਾਸ, ਰਾਈਟ। ਤਾਂ ਜਦੋਂ ਅਸੀਂ ਕਿਸੇ ਵੀ ਚੀਜ਼ ਦਾ ਟੈਂਪਰੇਚਰ ਰਾਈਜ਼ ਕਰਦੇ ਹਾਂ ਤਾਂ ਉਹਦਾ ਵੋਲੀਅਮ ਵੱਧ ਜਾਂਦਾ, ਰਾਈਟ। ਤਾਂ ਵੋਲੀਅਮ ਵਧਣ ਕਰਕੇ ਹੁਣ ਜੇ ਵੋਲੀਅਮ ਵਧੂਗਾ ਸਟਰੈਂਥ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਵੋਲੀਅਮ, ਡੈਫੀਨੇਟਲੀ ਉਸ ਚੀਜ਼ ਦੀ ਸਟਰੈਂਥ ਜਿਹੜੀ ਆ ਉਹ ਕੀ ਹੋ ਜੂਗੀ? ਘਟ ਜੂਗੀ। ਇਜ਼ ਦਿਸ ਕਲੀਅਰ? ਤਾਂ ਕਿਸੇ ਵੀ ਸੋਲਿਊਸ਼ਨ ਦੀ ਸਟਰੈਂਥ ਟੈਂਪਰੇਚਰ, ਹੁਣ ਜਿਹੜਾ ਟੈਂਪਰੇਚਰ ਵੋਲੀਅਮ ਹੈ ਸਾਡੇ ਕੋਲ ਕਿਸੇ ਵੀ ਚੀਜ਼ ਦਾ ਵੋਲੀਅਮ ਹੈ ਦੈਟ ਇਜ਼ ਆਲਸੋ ਇਨਵਰਸਲੀ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਟੈਂਪਰੇਚਰ। ਟੈਂਪਰੇਚਰ ਵਧਾਓ ਵੋਲੀਅਮ ਵੱਧਦਾ, ਟੈਂਪਰੇਚਰ ਘਟਾਓ ਵੋਲੀਅਮ ਘਟ ਜਾਂਦਾ। ਸੋ ਇਹਦਾ ਮਤਲਬ ਜਿਹੜੇ ਕਿਸੇ ਵੀ ਚੀਜ਼ ਦੀ ਸਟਰੈਂਥ ਹੈ ਇਟ ਇਜ਼ ਆਲਸੋ ਇਨਵਰਸਲੀ ਪ੍ਰਪੋਰਸ਼ਨਲ ਟੂ ਟੈਂਪਰੇਚਰ। ਤਾਂ ਟੈਂਪਰੇਚਰ ਵਧਾਉਣ ਦੇ ਨਾਲ ਜੇ ਤੁਸੀਂ ਟੈਂਪਰੇਚਰ ਵਧਾਓਗੇ ਸਟਰੈਂਥ ਘਟ ਜੂਗੀ, ਜੇ ਟੈਂਪਰੇਚਰ ਨੂੰ ਘਟਾਓਗੇ ਤਾਂ ਉਸ ਸੋਲਿਊਸ਼ਨ ਦੀ ਸਟਰੈਂਥ ਕੀ ਹੋ ਜੂਗੀ? ਵੱਧ ਜੂਗੀ। ਇਜ਼ ਦਿਸ ਕਲੀਅਰ? ਫ੍ਰਿਜ 'ਚ ਰੱਖ ਦਿਓ ਸੋਲਿਊਸ਼ਨ ਗਾੜਾ ਹੋ ਜੂਗਾ, ਗੈਸ 'ਤੇ ਧਰ ਦਿਓ ਸੋਲਿਊਸ਼ਨ ਪਤਲਾ ਹੋ ਜੂਗਾ। ਦਿਸ ਇਜ਼ ਦ ਵੇ। ਸੋ ਸਟਰੈਂਥ ਜਿਹੜੀ ਹੈ ਸੋ ਇਟ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਟੈਂਪਰੇਚਰ। ਤਾਂ ਜਦੋਂ ਵੀ ਕਿਸੇ ਚੀਜ਼ ਦਾ ਟੈਂਪਰੇਚਰ ਵਧਾ ਦਾਂਗੇ ਤਾਂ ਉਹਦੀ ਸਟਰੈਂਥ ਜਿਹੜੀ ਆ ਉਹ ਘਟ ਜੂਗੀ। ਇਸ ਤਰੀਕੇ ਦੇ ਨਾਲ ਤੁਸੀਂ ਸਟਰੈਂਥ ਵਾਲੀ ਜਿਹੜੀ ਡੈਫੀਨੇਸ਼ਨ ਹੈ ਪ੍ਰਪੇਅਰ ਕਰ ਲੈਣੀ ਹੈ। ਇਸ ਤੋਂ ਬਾਅਦ ਅਗਲੀ ਕੰਸਨਟ੍ਰੇਸ਼ਨ ਟਰਮ ਜਿਹੜੀ ਆਪਾਂ ਡਿਸਕਸ ਕਰਨੀ ਆ ਦੈਟ ਇਜ਼ ਮੋਲੈਰਿਟੀ। ਵਟ ਇਜ਼ ਦੈਟ ਟਰਮ? ਮੋਲੈਰਿਟੀ। ਸੋ ਵਟ ਇਜ਼ ਮੋਲੈਰਿਟੀ? ਇਸ ਚੀਜ਼ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਐਕਸਪਲੇਨ ਕਰਨਾ ਹੈ? ਲੈਟ ਅਸ ਡਿਸਕਸ। ਵਟ ਇਜ਼ ਮੋਲੈਰਿਟੀ? Molarity of a solution is defined as number of moles of solute dissolved per liter of solution. 1 ਲੀਟਰ ਸੋਲਿਊਸ਼ਨ ਦੇ ਵਿੱਚ ਕਿਸੇ ਵੀ ਚੀਜ਼ ਦੇ ਕਿੰਨੇ ਮੋਲ ਡਿਜ਼ੋਲਵ ਕੀਤੇ ਦੈਟ ਇਜ਼ ਨੋਨ ਐਜ਼ ਇਟਸ ਮੋਲੈਰਿਟੀ। ਮੋਲੈਰਿਟੀ ਵਾਸਤੇ ਸਿੰਬਲ ਅਸੀਂ ਕੈਪੀਟਲ M ਯੂਜ਼ ਕਰਦੇ ਹਾਂ ਔਰ ਇਹਦਾ ਫਾਰਮੂਲਾ ਹੁੰਦਾ ਮੋਲੈਰਿਟੀ ਇਜ਼ ਇਕੁਅਲ ਟੂ ਨੰਬਰ ਆਫ ਮੋਲਸ ਆਫ ਸੋਲਿਊਟ ਡਿਵਾਈਡਡ ਬਾਈ ਵੋਲੀਅਮ ਆਫ ਸੋਲਿਊਸ਼ਨ ਇਨ ਲੀਟਰ, ਰਾਈਟ। ਸੋ ਜੇ ਲੀਟਰ 'ਚ ਸੋਲਿਊਸ਼ਨ ਲਿੱਤਾ ਹੈ ਤਾਂ ਇਸ ਤਰੀਕੇ ਨਾਲ ਉੱਪਰਲਾ ਫਾਰਮੂਲਾ ਲੱਗੂਗਾ, ਪਰ ਜੇ ਸੋਲਿਊਸ਼ਨ ਦਾ ਵੋਲੀਅਮ ਮਿਲੀ ਲੀਟਰਸ ਦੇ ਵਿੱਚ ਹੈ, ਮਿਲੀ ਲੀਟਰ ਦੇ ਵਿੱਚ ਫਿਰ ਅਸੀਂ ਇਹਨੂੰ 1000 ਦੇ ਨਾਲ ਮਲਟੀਪਲਾਈ ਕਰ ਦਾਂਗੇ, ਰਾਈਟ। ਹੁਣ ਰਾਜੇ ਗ੍ਰਾਮਸ ਤਾਂ ਬਹੁਤ ਸੌਖੇ ਆ ਕੱਢਣੇ, ਮਤਲਬ ਕਿੰਨੇ ਗ੍ਰਾਮ ਲੈਣੇ ਆ ਸਿੰਪਲ ਤੁਸੀਂ ਆਪਣੀ ਬੈਲੈਂਸ ਯੂਜ਼ ਕਰੋ ਔਰ ਉਹਦੇ ਥਰੂ ਤੁਸੀਂ ਕਿਸੇ ਵੀ ਚੀਜ਼ ਦੇ ਮਾਸ ਨੂੰ ਗ੍ਰਾਮ ਦੇ ਵਿੱਚ ਕੱਢ ਸਕਦੇ ਹੋ। ਨੰਬਰ ਆਫ ਮੋਲਸ ਕਿਸ ਤਰੀਕੇ ਨਾਲ ਕੈਲਕੂਲੇਟ ਕਰਨੇ ਆ, ਰਾਈਟ। ਨੰਬਰ ਆਫ ਮੋਲਸ ਕੈਲਕੂਲੇਟ ਕਰਨ ਦਾ ਸਾਡੇ ਕੋਲ ਤਰੀਕਾ ਹੈਗਾ ਹੈ ਗਿਵਨ ਮਾਸ, ਜਿੰਨਾ ਵੀ ਸੋਲਿਊਸ਼ਨ ਦੇ ਵਿੱਚ ਸਾਲਟ ਘੋਲਿਆ ਉਹਦਾ ਮਾਸ ਡਿਵਾਈਡਡ ਬਾਈ ਇਟਸ ਗ੍ਰਾਮ ਮੋਲੀਕੂਲਰ ਮਾਸ। ਇਹਨੂੰ ਕਾਹਦੇ ਨਾਲ ਡਿਵਾਈਡ ਕਰ ਦੇਣਾ ਤੁਸੀਂ? GMM ਦੇ ਨਾਲ, ਰਾਈਟ। ਸੋ ਯੂਨਿਟਸ ਮੋਲ ਸਾਡੇ ਕੋਲ ਕੀ ਹੈ ਇਹਦੀਆਂ ਮੋਲ ਪਰ ਲੀਟਰ, ਰਾਈਟ। ਇਹਨੂੰ ਕੈਪੀਟਲ M ਦੇ ਨਾਲ ਵੀ ਲਿਖ ਦਿੰਦੇ ਆ, ਠੀਕ ਹੈ। ਸੋ ਮੋਲੈਰਿਟੀ ਬਾਰੇ ਹੁਣ ਥੋੜਾ ਜਿਹਾ ਡਿਟੇਲ ਦੇ ਵਿੱਚ ਮੈਂ ਦੱਸ ਦਿੰਨੀ ਆ ਬਟ ਦ ਮੋਲੈਰਿਟੀ ਸਾਡੇ ਕੋਲ ਕੀ ਚੀਜ਼ ਹੈ? ਵਟ ਇਜ਼ ਮੋਲੈਰਿਟੀ? that is it is number of moles of solute divided by volume of solution in liters, right? That concentration term is known as molarity. ਹੁਣ ਰਾਜੇ ਨੰਬਰ ਆਫ ਮੋਲਸ ਕਿਸ ਤਰੀਕੇ ਨਾਲ ਕੱਢਣੇ ਆ? number of moles, how you can calculate them? Number of moles, it is equal to given mass divided by gram molecular mass. ਜੇ ਅਸੀਂ ਕਿਸੇ ਵੀ ਦਿੱਤੇ ਹੋਏ ਸਾਲਟ ਦੇ ਗਿਵਨ ਮਾਸ ਨੂੰ ਉਹਦੇ ਗ੍ਰਾਮ ਮੋਲੀਕੂਲਰ ਮਾਸ ਦੇ ਨਾਲ ਡਿਵਾਈਡ ਕਰ ਦਈਏ ਤਾਂ ਉਹਦੇ ਸਾਡੇ ਕੋਲ ਕੀ ਕੱਢ ਸਕਦੇ ਹਾਂ? ਅਸੀਂ ਉਹਦੇ ਨੰਬਰ ਆਫ ਮੋਲਸ ਕੱਢ ਸਕਦੇ ਹਾਂ। ਸਪੋਜ਼ ਮੈਨੂੰ ਰਾਜੇ ਤੁਸੀਂ ਦਿੱਤਾ ਹੈ 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ, ਰਾਈਟ। ਕੀ ਇਹ ਹੈ ਮੇਰੇ ਕੋਲ 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ ਹੈ। ਅਸੀਂ ਇਹਦੇ ਕੀ ਕੈਲਕੂਲੇਟ ਕਰਨੇ ਆ? ਇਹਦੇ ਨੰਬਰ ਆਫ ਮੋਲਸ ਬਣਾਉਣੇ ਆ,
4 ਗ੍ਰਾਮ ਸੋਡੀਅਮ ਹਾਈਡਰੋਕਸਾਈਡ ਦਾ ਸਾਲਟ ਮੈਨੂੰ ਦਿੱਤਾ ਹੋਇਆ, ਮੈਂ ਇਹਨੂੰ ਕਾਹਦੇ 'ਚ ਕਨਵਰਟ ਕਰਨਾ, ਮੋਲਸ ਦੇ ਵਿੱਚ ਕਨਵਰਟ ਕਰਨਾ। ਤਾਂ ਕਿਸੇ ਵੀ ਚੀਜ਼ ਦੇ ਮਾਸ ਨੂੰ ਮੋਲਸ ਦੇ ਵਿੱਚ ਜੇ ਕਨਵਰਟ ਕਰਨਾ ਹੋਵੇ, ਫਾਰਮੂਲਾ ਕੀ ਯੂਜ਼ ਕਰਨਾ, ਜਿੰਨਾ ਮਾਸ ਤੁਹਾਨੂੰ ਦਿੱਤਾ ਹੋਇਆ ਉਹਨੂੰ ਉੱਪਰ ਰੱਖ ਲੈਣਾ ਤੇ ਉਹਨੂੰ ਉਹਦੇ ਗ੍ਰਾਮ ਮੋਲੀਕੂਲਰ ਮਾਸ ਨਾਲ ਡਿਵਾਈਡ ਕਰ ਦੇਣਾ। ਜਿਵੇਂ ਹੁਣ ਸੋਡੀਅਮ ਹਾਈਡਰੋਕਸਾਈਡ ਦਾ NaOH ਦਾ GMM ਗ੍ਰਾਮ ਮੋਲੀਕੂਲਰ ਮਾਸ ਕਿੰਨਾ ਹੈ, 40, ਸੋਡੀਅਮ ਦਾ 23, ਆਕਸੀਜਨ ਦਾ 16, ਹਾਈਡਰੋਜਨ ਦਾ 1 ਪਲੱਸ ਕਰੋਗੇ ਸਾਡੇ ਕੋਲ ਕੀ ਆ ਜਾਣਾ ਹੈ, ਇਟ ਇਜ਼ 40 ਗ੍ਰਾਮ, ਰਾਈਟ। ਹੁਣ ਰਾਜੇ ਨੰਬਰ ਆਫ ਮੋਲਸ, ਅਸੀਂ ਸੋਡੀਅਮ ਹਾਈਡਰੋਕਸਾਈਡ ਦੇ ਨੰਬਰ ਆਫ ਮੋਲ ਕੈਲਕੂਲੇਟ ਕਰਨੇ ਆ। ਜਿੰਨਾ ਤੁਹਾਨੂੰ ਮਾਸ, ਫਾਰਮੂਲਾ ਕੀ ਯੂਜ਼ ਕਰਾਂਗੇ ਅਸੀਂ, ਗਿਵਨ ਮਾਸ, ਜਿੰਨਾ ਮਾਸ ਦਿੱਤਾ ਹੋਇਆ ਉਹਨੂੰ ਕਿੰਨੇ ਨਾਲ ਡਿਵਾਈਡ ਕਰ ਦਿਓ, ਉਹਦੇ ਗ੍ਰਾਮ ਮੋਲੀਕੂਲਰ ਮਾਸ ਦੇ ਨਾਲ। ਮਾਸ ਦਿੱਤਾ ਹੋਇਆ ਜੀ ਸੋਡੀਅਮ ਹਾਈਡਰੋਕਸਾਈਡ ਦਾ 4 ਤੇ ਇਹਦਾ GMM ਕਿੰਨਾ, 40, ਸੋ ਇਟ ਵਿਲ ਬੀ 1/10 ਮੋਲ, ਰਾਈਟ। ਤਾਂ 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ ਕਿਹਦੇ ਬਰਾਬਰ ਹੈ, 1/10 ਮੋਲ ਦੀ, ਰਾਈਟ। ਹੁਣ ਰਾਜੇ ਮੰਨ ਲਓ ਅਸੀਂ ਇਸੇ 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ ਨੂੰ ਘੋਲ ਦਿੱਤਾ, ਦਿਸ ਇਜ਼ 4 ਗ੍ਰਾਮ NaOH ਨੂੰ ਅਸੀਂ ਡਿਜ਼ੋਲਵ ਕਰ ਦਿੱਤਾ ਜੀ ਸਾਡੇ ਕੋਲ 500 ml ਸੋਲਿਊਸ਼ਨ ਦੇ ਵਿੱਚ, ਠੀਕ ਹੈ। 500 ml ਸੋਲਿਊਸ਼ਨ ਕਿੰਨਾ ਬਣਿਆ, ਸਾਡੇ ਕੋਲ ਪਾਣੀ ਲਿੱਤਾ, ਟੋਟਲ ਵੋਲੀਅਮ ਸੋਲਿਊਸ਼ਨ ਦਾ ਕਿੰਨਾ ਬਣਾ ਲਿਆ ਸੀ, 500 ml। ਹੁਣ ਇਸ ਸੋਲਿਊਸ਼ਨ ਨੂੰ ਬਣਾਉਣ ਵਾਸਤੇ ਅਸੀਂ ਕੀ ਕਰਨਾ ਹੈ, ਪਹਿਲਾਂ 4 ਗ੍ਰਾਮ ਤੁਸੀਂ ਸੋਡੀਅਮ ਹਾਈਡਰੋਕਸਾਈਡ ਤੋਲ ਲੈਣਾ, ਐਗਜ਼ੈਕਟ 4 ਗ੍ਰਾਮ, ਠੀਕ ਹੈ। ਐਗਜ਼ੈਕਟ 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ ਅਸੀਂ ਤੋਲ ਲਿਆ, NaOH, ਦਿਸ ਇਜ਼ 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ, ਰਾਈਟ। ਬੈਲੈਂਸ ਦੇ ਉੱਤੇ ਅਸੀਂ ਇਹਨੂੰ ਤੋਲ ਲੈਣਾ, this is 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ, ਰਾਈਟ। ਫਿਰ ਇਸ 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ ਨੂੰ ਤੁਸੀਂ ਇੱਕ ਬੀਕਰ ਦੇ ਵਿੱਚ ਪਾਣਾ, this is small beaker, this is ਇਸ ਤਰ੍ਹਾਂ ਦਾ ਹੁੰਦਾ ਬੀਕਰ। ਇਹਦੇ ਵਿੱਚ ਬੀਕਰ ਦੇ ਵਿੱਚ ਤੁਸੀਂ ਇਸ 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ ਪਾਣਾ, ਪਲੱਸ ਇਹਦੇ ਵਿੱਚ ਵਾਟਰ ਐਡ ਕਰਨਾ, ਥੋੜਾ ਜਿਹਾ ਐਡ ਕਰਨਾ, ਸਮਾਲ ਅਮਾਊਂਟ ਆਫ ਵਾਟਰ, ਰਾਈਟ। ਥੋੜਾ ਜਿਹਾ ਪਾਣੀ ਤੇ ਥੋੜਾ ਜਿਹਾ ਸਾਲਟ, ਔਰ ਇਸ ਸਾਲਟ ਨੂੰ ਸੋਡੀਅਮ ਹਾਈਡਰੋਕਸਾਈਡ ਨੂੰ ਤੁਸੀਂ ਗਲਾਸ ਰੋਡ ਦੇ ਨਾਲ ਘੋਲ ਲੈਣਾ, ਰਾਈਟ। ਫਿਰ ਇਸ ਤੋਂ ਬਾਅਦ ਇਸ ਸੋਲਿਊਸ਼ਨ ਨੂੰ ਤੁਸੀਂ ਇੱਕ ਮੇਜ਼ਰਿੰਗ ਸਿਲੰਡਰ ਦੇ ਵਿੱਚ ਸ਼ਿਫਟ ਕਰਨਾ ਹੈ, ਦਿਸ ਵਨ ਇਜ਼ ਮੇਜ਼ਰਿੰਗ ਸਿਲੰਡਰ, ਜਿਹਦੇ ਨਾਲ ਅਸੀਂ ਕਿਸੇ ਵੀ ਸੋਲਿਊਸ਼ਨ ਦਾ ਵੋਲੀਅਮ ਜਿਹੜਾ ਹੈ ਉਹ ਨੋਟ ਕਰਦੇ ਹਾਂ, ਦੈਟ ਇਜ਼ ਮੇਜ਼ਰਿੰਗ ਸਿਲੰਡਰ, ਦਿਸ ਇਜ਼ ਮੇਜ਼ਰਿੰਗ ਸਿਲੰਡਰ, ਰਾਈਟ। ਇਹਦੇ ਨਾਲ ਇਹਦੇ ਵਿੱਚ ਅਸੀਂ ਇਹਨੂੰ ਪੋਰ ਕਰ ਲੈਣਾ, ਠੀਕ ਹੈ, ਸੋਲਿਊਸ਼ਨ ਨੂੰ। ਫਿਰ ਇਸੇ ਬੀਕਰ ਦੇ ਵਿੱਚ ਥੋੜਾ ਜਿਹਾ ਪਾਣੀ ਪਾਣਾ ਹੈ, ਥੋੜਾ ਜਿਹਾ ਪਾਣੀ ਪਾ ਕੇ ਫਿਰ ਸਿਲੰਡਰ ਨੂੰ ਮੇਜ਼ਰ ਕਰਨਾ ਹੈ। ਮੰਨ ਲਓ ਅਸੀਂ ਸੋਲਿਊਸ਼ਨ ਕਿੰਨਾ ਬਣਾਉਣਾ, 500 ml ਦਾ, ਤਾਂ ਅਸੀਂ ਮੇਜ਼ਰਿੰਗ ਸਿਲੰਡਰ ਵੀ ਕਿੰਨੀ ਕੈਪੈਸਿਟੀ ਦਾ ਯੂਜ਼ ਕਰ ਰਹੇ ਹਾਂ, 500 ml ਕੈਪੈਸਿਟੀ ਦਾ, ਰਾਈਟ। ਇੱਥੇ ਮਾਰਕ ਜਿਹੜਾ ਲੱਗਿਆ ਹੋਇਆ ਉਹ ਕਿੰਨੀ ਕੈਪੈਸਿਟੀ ਦਾ ਹੋਊਗਾ, 500 ml ਦੀ, ਰਾਈਟ। ਤਾਂ ਅਸੀਂ ਇਹਦੇ 'ਚ ਆਹ ਸੋਲਿਊਸ਼ਨ ਨੂੰ ਸ਼ਿਫਟ ਕਰ ਦੇਣਾ, ਬਾਅਦ ਦੇ ਵਿੱਚ ਇਸ ਬੀਕਰ ਨੂੰ ਚੰਗੀ ਤਰ੍ਹਾਂ ਧੋ ਕੇ 2-3 ਵਾਰੀ ਫਿਰ ਇਸ ਸੋਲਿਊਸ਼ਨ ਨੂੰ ਸ਼ਿਫਟ ਕਰੀ ਜਾਣਾ, ਔਰ ਓਨੀ ਦੇਰ ਤੱਕ ਇਸ ਸੋਲਿਊਸ਼ਨ ਨੂੰ ਇਹਦੇ ਪਾਣੀ ਨੂੰ ਇਹਦੇ ਵਿੱਚ ਪੋਰ ਕਰੀ ਜਾਣਾ ਜਿੰਨੀ ਦੇਰ ਤੱਕ ਇਹਦਾ ਵੋਲੀਅਮ ਇੱਥੋਂ ਤੱਕ ਨਾ ਪਹੁੰਚ ਜਾਵੇ। ਜਦੋਂ ਵੋਲੀਅਮ ਇੱਥੋਂ ਤੱਕ ਪਹੁੰਚ ਗਿਆ, ਹੁਣ ਸਾਡੇ ਕੋਲ ਆ ਸੋਲਿਊਸ਼ਨ ਤਿਆਰ ਹੋ ਗਿਆ, ਜਿਸ ਸੋਲਿਊਸ਼ਨ ਦੇ ਵਿੱਚ ਅਸੀਂ 4 ਗ੍ਰਾਮ NaOH ਲਿੱਤਾ ਹੈ ਔਰ ਟੋਟਲ ਸੋਲਿਊਸ਼ਨ ਦਾ ਵੋਲੀਅਮ ਕਿੰਨਾ ਬਣਾਇਆ, ਦੈਟ ਇਜ਼ 500 ਮਿਲੀਲੀਟਰ, ਠੀਕ ਹੈ। 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ ਨੂੰ 500 ਮਿਲੀਲੀਟਰ ਸੋਲਿਊਸ਼ਨ ਦੇ 500 ਮਿਲੀਲੀਟਰ ਘੋਲ ਦੇ ਵਿੱਚ ਘੋਲ ਲਿਆ। ਹੁਣ ਰਾਜੇ ਜੇ ਮੈਂ ਤੁਹਾਨੂੰ ਕੁਐਸਚਨ ਕਰਾਂ ਕਿ ਇਹਦੀ ਸਟਰੈਂਥ ਦੱਸੋ ਮੈਨੂੰ, ਇਸ ਸੋਲਿਊਸ਼ਨ ਦੀ ਸਟਰੈਂਥ ਕਿੰਨੀ ਬਣੀ ਆ, ਰਾਈਟ। ਹੁਣ ਸਟਰੈਂਥ ਫਾਈਂਡ ਆਊਟ ਕਰਨ ਵਾਸਤੇ ਤੁਹਾਨੂੰ ਫਾਰਮੂਲਾ ਦਿੱਤਾ ਹੋਇਆ, ਵਾਟ ਇਜ਼ ਦਾ ਫਾਰਮੂਲਾ ਟੂ ਕੈਲਕੂਲੇਟ ਦਾ ਸਟਰੈਂਥ, strength is equal to number of grams divided by, ਹੁਣ ਮਿਲੀਲੀਟਰ 'ਚ ਹੈ ਵੋਲੀਅਮ ਆਫ ਸੋਲਿਊਸ਼ਨ ਇਨ ਮਿਲੀਲੀਟਰਸ। ਜੇ ਮਿਲੀਲੀਟਰ 'ਚ ਲੈਣਾ ਤਾਂ ਇਹਨੂੰ ਸਾਨੂੰ 1000 ਨਾਲ ਮਲਟੀਪਲਾਈ ਕਰਨਾ ਪਊਗਾ, ਰਾਈਟ। ਹੁਣ ਇਸ ਸੋਲਿਊਸ਼ਨ ਦੇ ਵਿੱਚ ਕਿੰਨੇ ਗ੍ਰਾਮ ਅਸੀਂ ਘੋਲੇ ਆ, ਵਾਟ ਇਜ਼ ਨੰਬਰ ਆਫ ਗ੍ਰਾਮਸ ਕਿੰਨੇ ਆ, ਨੰਬਰ ਆਫ ਗ੍ਰਾਮਸ
that is 4 grams. Volume of solution in ml, ਆ ਦੋ ਚੀਜ਼ਾਂ ਹੀ ਚਾਹੀਦੀਆਂ ਨਾ ਸਾਨੂੰ, ਨੰਬਰ ਆਫ ਗ੍ਰਾਮ ਚਾਹੀਦੇ ਆ, ਵੋਲੀਅਮ ਆਫ ਸੋਲਿਊਸ਼ਨ ਇਨ ml, ਵੋਲੀਅਮ ਆਫ ਸੋਲਿਊਸ਼ਨ in milliliters. Solution ਦਾ volume milliliter ਚ ਸਾਨੂੰ ਚਾਹੀਦਾ, that volume is 500 milliliter. ਹੁਣ ਇਸ ਫਾਰਮੂਲੇ ਦੇ ਵਿੱਚ ਦੋਨੋਂ ਕੁਆਂਟਿਟੀ ਜਿਹੜੀਆਂ ਸਬਸਟੀਟਿਊਟ ਕਰ ਦਿਓ, ਸਟਰੈਂਥ ਕੱਢਣੀਆਂ ਸੀ। ਨੰਬਰ ਆਫ ਗ੍ਰਾਮਸ ਕਿੰਨੇ ਆ ਗਏ ਸਾਡੇ ਕੋਲ, 4 ਗ੍ਰਾਮ ਹੈ, ਰਾਈਟ। ਵੋਲੀਅਮ ਆਫ ਸੋਲਿਊਸ਼ਨ ਇਨ ਮਿਲੀਲੀਟਰ ਕਿੰਨਾ ਹੈ ਜੀ, 500 ਮਿਲੀਲੀਟਰ। ਇਹਨੂੰ 1000 ਦੇ ਨਾਲ ਤੁਸੀਂ ਮਲਟੀਪਲਾਈ ਕਰ ਦਿਓ ਔਰ ਸਾਡੇ ਕੋਲ ਆਨਸਰ ਜੋ ਵੀ ਆ ਗਿਆ, so its strength will be 4 gram per liter, right। ਜਿਹੜਾ ਅਸੀਂ ਆ ਸੋਲਿਊਸ਼ਨ ਬਣਾਇਆ ਹੈ ਇਹਦੀ ਕੰਸਨਟ੍ਰੇਸ਼ਨ ਸਟਰੈਂਥ ਵਾਈਜ਼ ਕਿੰਨੀ ਆ, ਸੋ ਦ ਕੰਸਨਟ੍ਰੇਸ਼ਨ ਆਫ ਸਟਰੈਂਥ ਆਫ ਦਿਸ ਸੋਲਿਊਸ਼ਨ ਇਜ਼ 8 gram per liter। is this clear, right। ਤਾਂ ਇਸ ਸੋਲਿਊਸ਼ਨ ਦੀ ਕੰਸਨਟ੍ਰੇਸ਼ਨ ਨੂੰ ਐਕਸਪਲੇਨ ਕਰਨ ਦਾ ਸਾਡੇ ਕੋਲ ਇੱਕ ਤਰੀਕਾ ਹੋ ਗਿਆ, that is strength, right। ਹੁਣ ਰਾਜੇ ਜੇ ਤੁਹਾਨੂੰ ਕਿਹਾ ਜਾਂਦਾ ਕਿ ਇਸ ਸੋਲਿਊਸ਼ਨ ਦੀ ਮੋਲੈਰਿਟੀ ਕੱਢੋ, ਮੋਲੈਰਿਟੀ ਕੱਢਣ ਦਾ ਫਾਰਮੂਲਾ ਕੀ ਹੈ ਸਾਡੇ ਕੋਲੇ, ਦੂਸਰੀ ਕੰਸਨਟ੍ਰੇਸ਼ਨ ਟਰਮ ਆ ਗਈ, ਮੋਲੈਰਿਟੀ ਵਾਈਜ਼ ਵੀ ਅਸੀਂ ਕਿਸੇ ਸੋਲਿਊਸ਼ਨ ਦੀ ਕੰਸਨਟ੍ਰੇਸ਼ਨ ਨੂੰ ਐਕਸਪਲੇਨ ਕਰ ਸਕਦੇ ਹਾਂ। ਸੋ ਮੋਲੈਰਿਟੀ ਕੱਢਣ ਦਾ ਤਰੀਕਾ ਕੀ ਹੈ, ਨੰਬਰ ਆਫ ਮੋਲਸ ਆਫ ਸੋਲਿਊਟ ਡਿਵਾਈਡਡ ਬਾਈ ਵੋਲੀਅਮ ਆਫ ਸੋਲਿਊਸ਼ਨ, ਹੁਣ ਆਪਾਂ ਇੱਥੇ ਮਿਲੀਲੀਟਰ ਕਰ ਲਈਏ ਇਨਟੂ 1000 ਕਰ ਲਈਏ, ਆਹ ਫਾਰਮੂਲਾ ਅਸੀਂ ਯੂਜ਼ ਕਰਨਾ। ਹੁਣ ਰਾਜੇ ਸਾਨੂੰ ਨੰਬਰ ਆਫ ਗ੍ਰਾਮਸ ਤਾਂ ਪਤਾ ਹੈ ਪਰ ਨੰਬਰ ਆਫ ਮੋਲਸ ਨਹੀਂ ਪਤਾ ਹੈਗੇ, ਅਸੀਂ ਇਹਦੇ ਨੰਬਰ ਆਫ ਮੋਲ ਪਹਿਲਾਂ ਕੱਢਣੇ ਆ। ਨੰਬਰ ਆਫ ਮੋਲਸ ਕੱਢਣ ਦਾ ਤਰੀਕਾ ਕੀ ਹੈ, ਗਿਵਨ ਮਾਸ ਡਿਵਾਈਡਡ ਬਾਈ ਗ੍ਰਾਮ ਮੋਲੀਕੂਲਰ ਮਾਸ। ਹੁਣ ਜਦੋਂ ਅਸੀਂ ਇਹ ਸੋਲਿਊਸ਼ਨ ਬਣਾਇਆ ਕਿੰਨੇ ਗ੍ਰਾਮ ਯੂਜ਼ ਕੀਤੇ ਆ, ਕਿੰਨਾ ਗਿਵਨ ਮਾਸ ਹੈ, 4 ਗ੍ਰਾਮ, ਰਾਈਟ। ਤਾਂ ਮਾਸ ਨੂੰ ਅਸੀਂ ਕਾਹਦੇ 'ਚ ਕਨਵਰਟ ਕਰਨਾ, ਮੋਲ ਦੇ ਵਿੱਚ ਕਨਵਰਟ ਕਰਨਾ। ਆ ਮੈਂ ਨੰਬਰ ਆਫ ਮੋਲ ਦੇ ਵਿੱਚ ਆਲਰੇਡੀ ਇਹਨੂੰ ਕਨਵਰਟ ਕਰ ਲਿਆ, ਕਿੰਨੇ ਆਏ ਆ ਨੰਬਰ ਆਫ ਮੋਲ, 1/10, ਰਾਈਟ। ਤਾਂ ਅਸੀਂ ਆ ਜਿਹੜਾ ਸੋਲਿਊਸ਼ਨ ਬਣਾਇਆ, ਇਸ ਸੋਲਿਊਸ਼ਨ ਨੂੰ ਬਣਾਉਣ ਵਾਸਤੇ ਅਸੀਂ 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ ਇਹਦੇ ਵਿੱਚ ਘੋਲਿਆ ਗ੍ਰਾਮ ਵਾਈਜ਼, ਔਰ ਜੇ ਤੁਹਾਨੂੰ ਕੋਈ ਪੁੱਛੇ ਕਿ ਇਹਦੇ 'ਚ ਮੋਲ ਕਿੰਨੇ ਘੋਲੇ ਆ ਇਹਦੇ, ਦੈਟ ਇਜ਼ 1/10 ਮੋਲਸ ਆਫ NaOH। ਕਿੰਨੇ ਮੋਲਸ ਘੋਲੇ ਇਹਦੇ ਵਿੱਚ, 1/10 ਮੋਲ, ਰਾਈਟ। ਹੁਣ ਰਾਜੇ ਇਸ ਦੀ ਮੋਲੈਰਿਟੀ ਆਪਾਂ ਕੈਲਕੂਲੇਟ ਕਰਨੀ ਹੈ, ਕਿਸ ਤਰੀਕੇ ਦੇ ਨਾਲ ਮੋਲੈਰਿਟੀ ਤੁਸੀਂ ਇਸ ਸੋਲਿਊਸ਼ਨ ਦੀ ਕੈਲਕੂਲੇਟ ਕਰ ਸਕਦੇ ਹੋ। ਸੋ ਹਾਊ ਯੂ ਕੈਨ ਕੈਲਕੂਲੇਟ ਇਟਸ ਮੋਲੈਰਿਟੀ, ਮੋਲੈਰਿਟੀ ਕੱਢਣ ਦਾ ਫਾਰਮੂਲਾ ਕੀ ਹੈ, ਨੰਬਰ ਆਫ ਮੋਲਸ ਆਫ ਸੋਲਿਊਟ ਡਿਵਾਈਡਡ ਬਾਈ ਵੋਲੀਅਮ ਆਫ ਸੋਲਿਊਸ਼ਨ ਇਨ ਮਿਲੀਲੀਟਰ ਇਨਟੂ 1000। ਸੋ ਸਾਡੇ ਕੋਲ ਨੰਬਰ ਆਫ ਮੋਲਸ ਕਿੰਨੇ ਆ ਗਏ, ਮੋਲੈਰਿਟੀ ਦਾ ਸਿੰਬਲ ਸਟੂਡੈਂਟਸ ਕੈਪੀਟਲ M ਹੁੰਦਾ ਹੈ। ਤਾਂ ਮੋਲੈਰਿਟੀ ਕਿਹਦੇ ਬਰਾਬਰ ਆ ਗਈ, ਨੰਬਰ ਆਫ ਮੋਲਸ ਕਿੰਨੇ ਆਏ ਆ ਸਾਡੇ ਕੋਲ, 1/10, ਤੇ ਇਹਦੇ ਵੋਲੀਅਮ ਆਫ ਸੋਲਿਊਸ਼ਨ ਇਨ ਮਿਲੀਲੀਟਰ ਕਿੰਨਾ ਲਿੱਤਾ ਹੈ ਅਸੀਂ, 500 ਮਲਟੀਪਲਾਈਡ ਬਾਏ 1000, ਰਾਈਟ। ਇਸ ਤਰੀਕੇ ਦੇ ਨਾਲ ਹੁਣ ਆਪਾਂ ਇਹਨੂੰ ਸਿੰਪਲੀਫਾਈ ਕਰ ਲਈਏ, ਦੈਟ ਇਜ਼ ਸਾਡੇ ਕੋਲ ਕੀ ਆ ਗਿਆ ਜੀ, 2/10, ਦੈਟ ਇਜ਼, ਸੋ ਇਹਦੀ ਸਟਰੈਂਥ ਆ ਗਈ, ਦੈਟ ਇਜ਼ 1/5 ਮੋਲ ਪਰ ਲੀਟਰ। ਸੋ ਇਹਦੀ ਮੋਲੈਰਿਟੀ ਆਈ, ਕਿੰਨੀ ਕੰਸਨਟ੍ਰੇਸ਼ਨ ਆਈ, 1/5 ਮੋਲ ਪਰ ਲੀਟਰ। ਇਹਨੂੰ ਆਪਾਂ ਸਿੰਪਲੀਫਾਈ ਕਰ ਲਈਏ ਤਾਂ ਇਹਦੀ ਮੋਲੈਰਿਟੀ 0.2 ਮੋਲ ਪਰ ਲੀਟਰ। ਜੇ ਤੁਸੀਂ ਇਹਦੇ ਪਿੱਛੇ ਕੈਪੀਟਲ M ਵੀ ਲਗਾ ਦੋਗੇ, ਇਸ ਕੈਪੀਟਲ M ਦਾ ਵੀ ਮਤਲਬ ਕੀ ਹੁੰਦਾ, ਮੋਲ ਪਰ ਲੀਟਰ। ਇਹ ਵੀ ਇਹਦੀ ਯੂਨਿਟ ਨੂੰ ਐਕਸਪ੍ਰੈਸ ਕਰਨ ਦੀ ਇੱਕ ਟੈਕਨੀਕ ਹੈ। ਸੋ ਵਟ ਇਜ਼ ਦ ਮੋਲੈਰਿਟੀ ਆਫ ਸੋਲਿਊਸ਼ਨ, 0.2 ਮੋਲ ਪਰ ਲੀਟਰ। ਸੋ ਆ ਜਿਹੜਾ ਤੁਸੀਂ ਸੋਲਿਊਸ਼ਨ ਬਣਾਇਆ ਹੈ, ਜੇ ਤੁਹਾਨੂੰ ਕੋਈ ਪੁੱਛੇ ਕਿ ਇਹਦੀ ਸਟਰੈਂਥ ਕਿੰਨੀ ਹੈ ਤਾਂ ਤੁਸੀਂ ਕਹੋਗੇ 8 ਗ੍ਰਾਮ ਪਰ ਲੀਟਰ, ਔਰ ਜੇ ਤੁਹਾਨੂੰ ਪੁੱਛੇ ਕਿ ਇਹਦੀ ਮੋਲੈਰਿਟੀ ਕਿੰਨੀ ਹੈ ਇਸ ਸੋਲਿਊਸ਼ਨ ਦੀ, ਯੂ ਵਿਲ ਸੇ ਇਟ ਇਜ਼ 0.2 ਮੋਲ ਪਰ ਲੀਟਰ, 0.2 mole per liter, right? So this is the molarity of this solution. Is this clear? ਹੁਣ ਆਪਾਂ ਇਹਦੇ ਵਿੱਚ effect of temperature on molarity, ਕਿਸੇ ਵੀ solution ਦੀ molarity ਤੇ temperature ਦਾ ਕੀ ਅਸਰ ਹੁੰਦਾ ਹੈ, how this temperature affects the molarity of a solution। ਹੁਣ ਰਾਜੇ molarity ਦਾ ਫਾਰਮੂਲਾ ਕੀ ਸੀਗਾ, ਸਾਡੇ ਕੋਲ molarity ਕੱਢਣ ਦਾ ਫਾਰਮੂਲਾ ਹੈ, that is molarity
number of moles divided by volume of solution in liter. This means to say this molarity is also inversely proportional to volume, right? And this volume is directly proportional to temperature. This mean to say this molarity जिथे volume है उथे temperature लगा दिए, molarity is also inversely proportional to temperature. जे किसी चीज़ दा किसी solution दा temperature तुसी वधा दोगे तो उदी molarity घट जूगी, क्योंकि molarity जिहड़ी आ वो volume dependent term है। ਟੈਂਪਰੇਚਰ ਵਧਾਉਣ ਘਟਾਉਣ ਦੇ ਨਾਲ ਵੋਲੀਅਮ ਕਿਸੇ ਵੀ ਚੀਜ਼ ਦਾ ਵੱਧਦਾ ਘਟਦਾ, ਇਸ ਕਰਕੇ ਮੋਲੈਰਿਟੀ ਵੀ ਵਧੂ ਘਟੂਗੀ। ਠੀਕ ਹੈ, ਜੇ ਤੁਸੀਂ ਕਿਸੇ ਸੋਲੂਸ਼ਨ ਦਾ ਟੈਂਪਰੇਚਰ ਘਟਾ ਦਿਓ, ਮਤਲਬ ਫ੍ਰਿਜ 'ਚ ਰੱਖ ਦਿਓ, ਤਾਂ ਉਹਦੀ ਮੋਲੈਰਿਟੀ ਜਿਹੜੀ ਆ ਉਹ ਵੱਧ ਜੂਗੀ। ਠੀਕ ਹੈ, ਸੋ ਦਿਸ ਮੋਲੈਰਿਟੀ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਦਾ ਟੈਂਪਰੇਚਰ, ਰਾਈਟ। ਤਾਂ ਟੈਂਪਰੇਚਰ ਵਧਾਉਣ ਘਟਾਉਣ ਦੇ ਨਾਲ ਕਿਸੇ ਵੀ ਸੋਲੂਸ਼ਨ ਦੀ ਮੋਲੈਰਿਟੀ ਵੀ ਵੱਧਦੀ ਘਟਦੀ ਰਹਿੰਦੀ ਆ, ਰਾਈਟ ਸਟੂਡੈਂਟਸ। ਹੁਣ ਆਪਾਂ ਅਗਲੀ ਜਿਹੜੀ ਕੰਸਨਟ੍ਰੇਸ਼ਨ ਟਰਮ ਯੂਜ਼ ਕਰਨੀ ਆ, डिस्कस करनी है, दैट कंसनट्रेशन टर्म। असी उस कंसनट्रेशन टर्म नू की क्या सी, हुण आपां स्ट्रैंथ डिस्कस कर ली, मोलैरिटी डिस्कस कर ली। नैक्सट कंसनट्रेशन टर्म जिहड़ी आपां डिस्कस करनी है, दैट इज़ मोलैलिटी। वट इज़ दैट कंसनट्रेशन टर्म? दैट इज़ मोलैलिटी। सो वट इज़ दिस मोलैलिटी? डेफिनेशन पहला, it is defined as number of moles of solute dissolved per kilogram of solvent. What is this? It is defined as the number of moles of solute dissolved per kilogram of solvent, right? Per kilogram solvent ਦੇ ਵਿੱਚ ਅਸੀਂ ਕਿੰਨੇ solute ਦੇ ਮੋਲ dissolve ਕੀਤੇ ਆ, ਔਰ ਇਹਦਾ ਸਿੰਬਲ ਹੁੰਦਾ ਸਮਾਲ m। फार्मूला मोलैलिटी दा नंबर ऑफ मोल्स ऑफ सल्यूट डिवाइडेड बाय मास ऑफ सॉल्वेंट इन kg। इस डेफिनेशन दे विच बस इन्ना फर्क है पहलियां दोनों डेफिनेशन नू कि इत्थे एक आपां सॉल्वेंट लैने, उत्थे आपां की यूज़ कीता सोल्यूशन, और सोल्यूशन दा वॉल्यूम यूज़ कीता है। लेकिन ये केस दे विच असीं सॉल्वेंट लिता और सॉल्वेंट दा वॉल्यूम नहीं यूज़ कर रहे, असीं सॉल्वेंट नू असीं काहदे च मेजर कर रहे हैं, मास वाइज किलोग्राम दे विच। सो जे साडे कोल सॉल्वेंट ग्राम्स ਦੇ ਵਿੱਚ ਹੋਵੇ, ਫਿਰ ਆਪਾਂ ਇਹਨੂੰ 1000 ਨਾਲ ਮਲਟੀਪਲਾਈ ਕਰ ਦੇਣਾ ਇਸੇ ਫਾਰਮੂਲਾ ਨੂੰ, ਨੰਬਰ ਆਫ ਮੋਲਸ ਆਫ ਸੋਲਿਊਟ ਡਿਵਾਈਡਡ ਬਾਈ ਮਾਸ ਆਫ ਸੋਲਵੈਂਟ ਇਨ ਗ੍ਰਾਮਸ ਇਨਟੂ 1000। ਨੰਬਰ ਆਫ ਮੋਲਸ ਕਿੱਦਾਂ ਕੱਢਣੇ ਆ, ਪਹਿਲਾਂ ਵੀ ਮੈਂ ਆਪਾਂ ਡਿਸਕਸ ਕਰਕੇ ਹਟੇ ਆ। ਗਿਵਨ ਮਾਸ ਡਿਵਾਈਡਡ ਬਾਈ ਗ੍ਰਾਮ ਮੋਲੀਕੂਲਰ ਮਾਸ। ਯੂਨਿਟ ਆਫ ਮੋਲੈਲਿਟੀ ਕੀ ਆ, ਮੋਲ ਪਰ ਕਿਲੋਗ੍ਰਾਮ। these are the units of molality, और ये पिछे असी small mb यूज़ करते हैं, मतलब भी की हुंदा मोल पर किलोग्राम। इफेक्ट ऑफ टेम्परेचर ऑन मोलैलिटी। लिसन स्टूडेंट, हुण राजे जिहड़ी साडे कोल मोलैलिटी आ, दिस मोलैलिटी, इहदे फार्मूले दे विच इत्थे की लिखिया, मास ऑफ सॉल्वेंट। दिस मीन टू से दिस मोलैलिटी इज़ इनवर्सली प्रपोर्शनल टू टैंपरेचर। आ जिहड़ी साडे कोल मोलैलिटी है, इट इज़ इनवर्सली प्रपोर्शनल टू मास, और जिहड़ा मास है जिन्ना मर्जी टैंपरेचर नू वधा लो घटा लो, दिस इज़ इंडिपेंडेंट टू टैंपरेचर। किसी भी चीज़ का मास टैंपरेचर वधान घटान दे नाल उहदे ते मास दे उत्ते कोई भी असर नहीं पैंदा। चाहे किसी चीज़ नू गर्म करके तोल लो, चाहे ठंडा करके तोल लो, दा मास हमेशा सेम रहिंदा। इहदा मतलब जे मास ते टैंपरेचर दा कोई असर नहीं हुंदा, इहदा मतलब साडे कोल मोलैलिटी ते भी टैंपरेचर दा कोई भी असर नहीं होगा। सो दिस मोलैलिटी is independent to temperature। ਤਾਂ ਕਿਸੇ ਵੀ ਸੋਲੂਸ਼ਨ ਦਾ ਟੈਂਪਰੇਚਰ ਵਧਾਉਣ ਘਟਾਉਣ ਦੇ ਨਾਲ ਮੋਲੈਲਿਟੀ 'ਤੇ ਕੋਈ ਵੀ ਅਸਰ ਨਹੀਂ ਹੁੰਦਾ। ਔਰ ਜਦੋਂ ਅਸੀਂ ਲੈਬ ਦੇ ਵਿੱਚ ਜ਼ਿਆਦਾ ਰਿਲਾਇਬਲ ਜਿਹੜੀ ਕੰਸਨਟ੍ਰੇਸ਼ਨ ਟਰਮ ਹੈ, ਉਹ ਸਾਡੇ ਕੋਲ ਮੋਲੈਲਿਟੀ ਹੀ ਹੈ। ਅਸੀਂ ਨਾਰਮਲੀ ਕੰਸਨਟ੍ਰੇਸ਼ਨ ਟਰਮ ਜਿਹੜੀ ਜ਼ਿਆਦਾ ਮਤਲਬ ਵਧੀਆ ਤਰੀਕੇ ਨਾਲ ਸਟੈਂਡਰਡ ਟਰਮ ਯੂਜ਼ ਕਰ ਸਕਦੇ ਹਾਂ, ਦੈਟ ਇਜ਼ ਮੋਲੈਲਿਟੀ, ਬਿਕੋਜ਼ ਇਟ ਇਜ਼ ਟੈਂਪਰੇਚਰ ਇੰਡੀਪੈਂਡੈਂਟ ਟਰਮ। ਸੋ ਦਿਸ ਇਜ਼ ਇੰਡੀਪੈਂਡੈਂਟ ਟੂ ਟੈਂਪਰੇਚਰ। ਮੋਲੈਲਿਟੀ ਦਾ ਵੀ ਆਪਾਂ ਕੀ ਕਿਹਾ ਸੀਗਾ, ਇਹ ਵੀ ਟੈਂਪਰੇਚਰ ਡਿਪੈਂਡੈਂਟ ਟਰਮ ਹੈ, ਇਹ ਵੀ ਟੈਂਪਰੇਚਰ ਡਿਪੈਂਡੈਂਟ ਟਰਮ ਹੈ, ਪਰ ਇਹਦੇ 'ਤੇ ਟੈਂਪਰੇਚਰ ਵਧਾਏ ਘਟਾਏ ਦਾ ਕੋਈ ਵੀ ਅਸਰ ਨਹੀਂ ਹੁੰਦਾ, ਰਾਈਟ ਸਟੂਡੈਂਟਸ। ਸੋ
इस तो बाद इफेक्ट ऑफ टेम्परेचर. सो मोलैलिटी हैज़ नो इफेक्ट ऑफ चेंज इन टेम्परेचर. सो इट इज़ ए वाइडली यूज टर्म टू मेजर द कंसनट्रेशन ऑफ ए सोल्यूशन. राइट. इस तो बाद अगली जी कंसनट्रेशन टर्म आप स्टूडेंट्स डिस्कस करनी है. दैट कंसनट्रेशन टर्म इज व्हाट इज दिस? नॉर्मैलिटी. वट इज़ दिस कंसनट्रेशन टर्म? नॉर्मैलिटी. ये थोड़ी जी ट्विस्ट वाली टर्म है, आप इन्हों चंगी तरह समझते हैं. सो नैक्सट कंसनट्रेशन टर्म जी आप डिस्कस करन जा रहे हैं, दैट इज़ नॉर्मैलिटी. हाउ यू कैन डिस्कस द नॉर्मैलिटी? नॉर्मैलिटी ऑफ ए सोल्यूशन इज़ डिफाइंड एज, ये भी उस तरह पहले नंबर पर आप डेफिनेशन, फिर सिंबल, फिर फार्मूला, यूनिट एंड देन इफेक्ट ऑफ टेम्परेचर. Normality, it is defined as number of gram equivalents of a solute dissolved per liter of a solution. Right? Symbol N, formula normality, number of gram equivalents of a solute divided by volume of solution in liters. जे मिलीलीटर है तो असी 1000 नाल मल्टीप्लाई कर देंगे. यूनिट्स ਇਹਦੀਆਂ ਹੈਗੀਆਂ ग्राम इक्विवेलेंट्स पर लीटर. राइट. ਹੁਣ ਰਾਜੇ ਇਹਦੇ ਇਸ ਕੰਸਨਟ੍ਰੇਸ਼ਨ ਟਰਮ ਦੇ ਵਿੱਚ ਇੱਕ ਟਵਿਸਟ ਹੈ ਕਿ ਜਦੋਂ ਅਸੀਂ ਕਿਸੇ ਵੀ ਸੋਲੂਸ਼ਨ ਦੀ ਨੋਰਮੈਲਿਟੀ ਕੱਢਦੇ ਹਾਂ, ਇੱਥੇ ਇੱਕ ਚੀਜ਼ ਆਪਾਂ ਯੂਜ਼ ਕਰ ਲਈ, ਦੈਟ ਇਜ਼ ਨੰਬਰ ਆਫ ਗ੍ਰਾਮ ਇਕੁਇਵਲੈਂਟਸ. ਨੋਰਮੈਲਿਟੀ ਕਿਸੇ ਵੀ ਸੋਲੂਸ਼ਨ ਦੀ ਕਿਹਦੇ ਬਰਾਬਰ ਹੈ? ਇਟ ਇਜ਼ ਇਕੁਅਲ ਟੂ ਨੰਬਰ ਆਫ ਗ੍ਰਾਮ ਇਕੁਇਵਲੈਂਟਸ of solute divided by volume of solution in liters. Right? ਜਿਵੇਂ ਆਪਾਂ ਮੋਲੈਰਿਟੀ ਦੇ ਵਿੱਚ ਨੰਬਰ ਆਫ ਮੋਲਸ ਟਰਮ ਯੂਜ਼ ਕੀਤੀ ਸੀਗੀ, ਇੱਥੇ ਕਿਹੜੀ ਟਰਮ ਆ ਗਈ? ਨੰਬਰ ਆਫ ਗ੍ਰਾਮ ਇਕੁਇਵਲੈਂਟਸ. ਰਾਈਟ. ਹੁਣ ਜਿਹੜੀ ਚੀਜ਼ ਆਪਾਂ ਸਮਝਣੀ ਆ ਕਿ ਕਿਸੇ ਵੀ ਚੀਜ਼ ਦੇ ਗ੍ਰਾਮ ਇਕੁਇਵਲੈਂਟਸ ਕਿਸ ਤਰੀਕੇ ਦੇ ਨਾਲ ਕੈਲਕੂਲੇਟ ਕੀਤੇ ਜਾ ਸਕਦੇ ਆ. ਸੋ ਗ੍ਰਾਮ ਇਕੁਇਵਲੈਂਟਸ ਇਜ਼ ਇਕੁਅਲ ਟੂ ਗਿਵਨ ਮਾਸ divided by gram equivalent mass. Given mass divided by gram equivalent mass. ਕਿਸੇ ਵੀ ਚੀਜ਼ ਦੇ ਨੰਬਰ ਆਫ ਗ੍ਰਾਮ ਇਕੁਇਵਲੈਂਟਸ ਕੱਢਣ ਦਾ ਤਰੀਕਾ ਕੀ ਆ? ਉਹਦੇ ਦਿੱਤੇ ਹੋਏ ਮਾਸ ਨੂੰ ਕਾਹਦੇ ਨਾਲ ਡਿਵਾਈਡ ਕਰ ਦੇਣਾ? ਜਿਵੇਂ ਮੋਲੈਰਿਟੀ ਦੇ ਵਿੱਚ ਗ੍ਰਾਮ ਮੋਲੀਕੂਲਰ ਮਾਸ ਨਾਲ ਡਿਵਾਈਡ ਕਰਦੇ ਸੀ, ਇਸੇ ਤਰ੍ਹਾਂ ਇਹਦੇ ਨਾਲ ਅਸੀਂ ਕਾਹਦੇ ਨਾਲ ਡਿਵਾਈਡ ਕਰ ਦਿੰਦੇ ਹਾਂ? ਗ੍ਰਾਮ ਇਕੁਇਵਲੈਂਟ ਮਾਸ ਦੇ ਨਾਲ. ਹੁਣ ਰਾਜੇ ਗ੍ਰਾਮ ਇਕੁਇਵਲੈਂਟ ਮਾਸ ਕਿਸ ਤਰੀਕੇ ਨਾਲ ਕੱਢਣਾ? ਗ੍ਰਾਮ ਇਕੁਇਵਲੈਂਟ ਮਾਸ. ਰਾਈਟ. ਇਹ ਕੱਢਣ ਦੇ ਅਲੱਗ-ਅਲੱਗ ਤਰੀਕੇ ਮੈਂ ਦੱਸ ਦਿੰਦੀ ਹਾਂ. ਗ੍ਰਾਮ ਇਕੁਇਵਲੈਂਟ ਮਾਸ ਅਲੱਗ-ਅਲੱਗ ਕੈਮੀਕਲ ਸਪੀਸੀਜ਼ ਦੇ ਵਿੱਚ ਗ੍ਰਾਮ ਇਕੁਇਵਲੈਂਟ ਮਾਸ ਕੱਢਣ ਦਾ ਤਰੀਕਾ ਅਲੱਗ-ਅਲੱਗ ਹੈ. ਗ੍ਰਾਮ ਇਕੁਇਵਲੈਂਟ ਮਾਸ ਆਫ ਐਨ ਐਸਿਡ, ਜੇ ਕਿਸੇ ਵੀ ਐਸਿਡ ਦਾ ਗ੍ਰਾਮ ਇਕੁਇਵਲੈਂਟ ਮਾਸ ਕੱਢਣਾ ਹੈ, ਐਸਿਡ ਕੀ ਹੁੰਦੇ ਆ ਰਾਜੇ? ਜਿਸ ਤਰ੍ਹਾਂ HCl ਹੋਇਆ, ਦਿਸ ਇਜ਼ ਐਨ ਐਸਿਡ. H2SO4 ਹੋਇਆ, ਦਿਸ ਇਜ਼ ਐਨ ਐਸਿਡ. ऑक्सैलिक एसिड होया, दिस इज़ एन एसिड. राइट. तो किसी भी एसिड का जे तुसी ग्राम इक्विवेलेंट मास कढ़ना एसिड का, वो किहदे बराबर होगा? इट इज़ इक्वल टू द ग्राम मॉलिक्यूलर मास ऑफ एन एसिड डिवाइडेड बाय इट्स बेसिसिटी. राइट. सो वट इज़ दिस बेसिसिटी? ग्राम मॉलिक्यूलर मास तो तुसी कढ़ लोगे, ये सारे एटम के मास नू प्लस कर लो. वट इज़ दिस बेसिसिटी? किसी भी एसिड की जिहड़ी बेसिसिटी वो किहदे बराबर है? टोटल नंबर ऑफ रिप्लेसेबल हाइड्रोजन आयन्स. किसी भी एसिड को किन्ने रिप्लेस होने वाले हाइड्रोजन आयन प्रेजेंट है. जिमें ये जे असी इनू सैपरेट आउट कर दिए तो आ हाइड्रोजन अलग हो जाऊगा, क्लोरीन अलग. तो ये रिप्लेस होने वाले हाइड्रोजन किन्ने 1. तो इस एसिड की बेसिसिटी किन्नी होगी? 1.
ਇਹਦੇ 'ਚ ਜੇ ਇਹਨੂੰ ਆਇਓਨਾਈਜ਼ ਕਰੋਗੇ ਇਹਦੇ 'ਚ 2 ਹਾਈਡਰੋਜਨ ਆਇਨ ਨਿਕਲਣਗੇ। ਇਹਦੀ ਬੇਸਿਸਿਟੀ ਕਿੰਨੀ ਹੋਗੀ? ਇਹਦੀ ਸੀਗੀ 1 ਔਰ ਇਹਦੀ ਬੇਸਿਸਿਟੀ ਕਿੰਨੀ ਹੈ? 2। ਹੁਣ ਇਸ ਆਕਜ਼ੈਲਿਕ ਐਸਿਡ ਦੇ ਆਹ ਵਾਲੇ ਹਾਈਡਰੋਜਨ ਨਹੀਂ ਕਾਊਂਟ ਕਰਨੇ, ਸਿਰਫ ਆਹ ਵਾਲੇ ਕਾਊਂਟ ਕਰਨੇ ਆ, ਤਾਂ ਇਹਦੀ ਵੀ ਬੇਸਿਸਿਟੀ ਕਿੰਨੀ ਹੈਗੀ? 1। ਤਾਂ ਜਦੋਂ ਕਿਸੇ ਵੀ ਐਸਿਡ ਦੇ ਗ੍ਰਾਮ ਮੋਲੀਕੂਲਰ ਮਾਸ ਨੂੰ ਉਹਦੀ ਬੇਸਿਸਿਟੀ ਨਾਲ ਡਿਵਾਈਡ ਕਰ ਦਿੱਤਾ ਜਾਵੇ ਤਾਂ ਸਾਡੇ ਕੋਲ ਉਹਦਾ ਕੀ ਆ ਜਾਂਦਾ? ਸਾਡੇ ਕੋਲ ਉਹਦਾ ਗ੍ਰਾਮ ਇਕੁਇਵਲੈਂਟ ਮਾਸ। ਸਿਮਿਲਰ ਵੇ ਦੇ ਨਾਲ ਤੁਸੀਂ ਕਿਸੇ ਬੇਸ ਦਾ ਵੀ ਗ੍ਰਾਮ ਇਕੁਇਵਲੈਂਟ ਮਾਸ ਕੱਢ ਸਕਦੇ ਹੋ। ਗ੍ਰਾਮ ਇਕੁਇਵਲੈਂਟ ਮਾਸ ਆਫ ਏ ਬੇਸ। ਕਿਸੇ ਬੇਸ ਦਾ ਗ੍ਰਾਮ ਇਕੁਇਵਲੈਂਟ ਮਾਸ ਕੈਲਕੂਲੇਟ ਕਰਨ ਵਾਸਤੇ ਕੀ ਕਰਨਾ ਹੈ? ਸੋ ਦੈਟ ਇਜ਼ ਇਕੁਅਲ ਟੂ ਗ੍ਰਾਮ ਇਕੁਇਵਲੈਂਟ ਮਾਸ ਇਜ਼ ਇਕੁਅਲ ਟੂ ਉਹਦਾ ਗ੍ਰਾਮ ਮੋਲੀਕੂਲਰ ਮਾਸ ਕੱਢ ਕੇ ਉਹਨੂੰ ਉਹਦੀ ਐਸਿਡਿਟੀ ਨਾਲ ਡਿਵਾਈਡ ਕਰਨਾ। ਹੁਣ ਰਾਜੇ ਬੇਸ ਜਿਸ ਤਰ੍ਹਾਂ NaOH ਦਿਸ ਇਜ਼ ਅ ਬੇਸ, KOH ਦਿਸ ਇਜ਼ ਅ ਬੇਸ, ਕੈਲਸ਼ੀਅਮ ਹਾਈਡਰੋਕਸਾਈਡ ਦਿਸ ਇਜ਼ ਅ ਬੇਸ। ਤਾਂ ਜਿਹੜੀ ਵੀ ਸਪੀਸੀਜ਼ ਦੇ ਵਿੱਚ ਆਹ ਰਿਪਲੇਸ ਹੋਣ ਵਾਲੇ OH ਆਇਨ ਪ੍ਰੈਜ਼ੈਂਟ ਹੋਣ ਉਹਨਾਂ ਸਾਰਿਆਂ ਨੂੰ ਬੇਸ ਕਹਿੰਦੇ ਆ। ਹੁਣ ਕਿਸੇ ਵੀ ਬੇਸ ਦੀ ਐਸਿਡਿਟੀ ਕੀ ਹੈ? What is acidity of a base? That is total number of replaceable OH ions in a base. ਕਿਸੇ ਵੀ ਬੇਸ ਦੇ ਵਿੱਚ ਰਿਪਲੇਸ ਹੋਣ ਵਾਲੇ ਕਿੰਨੇ OH ਆਇਨ ਹੈ? ਜਿਵੇਂ ਇਸ ਸੋਡੀਅਮ ਹਾਈਡਰੋਕਸਾਈਡ ਦੇ ਵਿੱਚ ਇੱਕ ਰਿਪਲੇਸੇਬਲ OH ਆਇਨ ਹੈ ਤਾਂ ਇਹਦੀ ਬੇਸਿਸਿਟੀ ਕਿੰਨੀ ਹੋਗੀ? 1। ਇਹਦੀ ਵੀ ਬੇਸਿਸਿਟੀ ਕਿੰਨੀ ਹੋਗੀ? 1। ਲੇਕਿਨ ਇਹਦੀ ਬੇਸਿਸਿਟੀ ਕਿੰਨੇ ਰਿਪਲੇਸ ਹੋਣ ਵਾਲੇ OH ਆਇਨ ਹੈ? 2। ਤਾਂ ਇਹਦੀ ਬੇਸਿਸਿਟੀ ਹੋਗੀ 2। ਜਿਸ ਤਰ੍ਹਾਂ ਸੋਡੀਅਮ ਹਾਈਡਰੋਕਸਾਈਡ ਹੈ, ਅਸੀਂ ਇਹਦਾ ਗ੍ਰਾਮ ਇਕੁਇਵਲੈਂਟ ਮਾਸ ਕੱਢਣਾ ਤਾਂ ਇਹਦਾ ਗ੍ਰਾਮ ਮੋਲੀਕੂਲਰ ਮਾਸ ਹੁੰਦਾ 40 ਅਤੇ ਇਹਦੇ 'ਚ ਕਿੰਨੇ ਹੁਣ ਰਿਪਲੇਸ ਹੋਣ ਵਾਲੇ OH ਆਇਨ ਹੈ? 1 ਹੈ, ਤਾਂ ਇਹਨੂੰ 1 ਨਾਲ ਡਿਵਾਈਡ ਕਰ ਦਾਂਗੇ ਤਾਂ ਇਹਦਾ ਗ੍ਰਾਮ ਇਕੁਇਵਲੈਂਟ ਮਾਸ ਵੀ 40 ਹੀ ਆਊਗਾ। ਸੋ ਦੈਟ ਇਜ਼ ਇਟਸ ਬੇਸਿਸਿਟੀ। ਇਜ਼ ਦਿਸ ਕਲੀਅਰ? ਸੋ ਅਸੀਂ ਨੋਰਮੈਲਿਟੀ ਹੁਣ ਗ੍ਰਾਮ ਇਕੁਇਵਲੈਂਟ ਮਾਸ ਆਫ ਏ ਸਾਲਟ। 3 ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਕੈਮਿਸਟਰੀ ਦੇ ਵਿੱਚ, ਜਾਂ ਕੋਈ ਚੀਜ਼ ਐਸਿਡ ਹੁੰਦੀ ਹੈ, ਜਾਂ ਬੇਸ ਹੁੰਦੀ ਹੈ, ਜਾਂ ਕੀ ਹੁੰਦੀ ਹੈ? ਸਾਲਟ ਹੁੰਦੀ ਆ। ਠੀਕ ਹੈ, ਜੇ ਕਿਸੇ ਸਾਲਟ ਦਾ ਗ੍ਰਾਮ ਇਕੁਇਵਲੈਂਟ ਮਾਸ ਕੱਢਣਾ ਹੋਵੇ ਉਹ ਕਿੱਦਾਂ ਕੱਢਣਾ? ਗ੍ਰਾਮ ਇਕੁਇਵਲੈਂਟ ਮਾਸ ਆਫ ਏ ਸਾਲਟ that is equal to gram molecular mass of a salt divided by total positive charge on salt, right? ਹੁਣ ਸਾਲਟ ਵੀ ਤੁਹਾਨੂੰ ਦੱਸਾਂ ਸਾਲਟ ਕਿਹੜੀਆਂ ਚੀਜ਼ਾਂ ਨੂੰ ਅਸੀਂ ਸਾਲਟ ਕਹਿੰਦੇ ਆ। ਇਟ ਇਜ਼ ਅਗੇਨ ਵੈਰੀ ਗੁੱਡ ਥਿੰਗ। ਸਾਲਟ ਕੀ ਹੁੰਦੇ ਆ ਰਾਜੇ? ਜਿਹਦਾ ਇੱਕ ਹਿੱਸਾ ਪੋਜ਼ਿਟਿਵ ਹੋਵੇਗੇ, ਇੱਕ ਹਿੱਸਾ ਨੈਗੇਟਿਵ। ਜਿਵੇਂ ਤੁਹਾਨੂੰ ਸਾਲਟ ਦੇ ਫਾਰਮੂਲੇ ਲਿਖਣੇ ਸਿਖਾਏ ਸੀ। ਸੋਡੀਅਮ ਕਲੋਰਾਈਡ ਦਿਸ ਇਜ਼ ਅ ਸਾਲਟ, ਮੈਗਨੀਸ਼ੀਅਮ ਕਲੋਰਾਈਡ ਦਿਸ ਇਜ਼ ਅ ਸਾਲਟ, calcium chloride this is a salt, magnesium nitrate this is a salt, right? ਸੋ ਇਹਨਾਂ ਨੂੰ ਸਾਲਟ ਕਹਿੰਦੇ ਆ। ਤਾਂ ਕਿਸੇ ਵੀ ਸਾਲਟ ਦਾ ਪੋਜ਼ਿਟਿਵ ਹਿੱਸਾ ਕਿਹੜਾ? ਮੈਟੈਲਿਕ ਪਾਰਟ ਹੈ, this one and this one, ਰਾਈਟ? ਇਸ ਮੈਟੈਲਿਕ ਪਾਰਟ 'ਤੇ ਕਿੰਨਾ ਚਾਰਜ ਆ ਉਹ ਅਸੀਂ ਕੱਢਣਾ। ਜਿਵੇਂ ਸੋਡੀਅਮ ਕਲੋਰਾਈਡ ਦੇ ਕੇਸ ਦੇ ਵਿੱਚ ਸੋਡੀਅਮ ਉੱਤੇ ਕਿੰਨਾ ਚਾਰਜ ਹੁੰਦਾ? +1। ਮੈਗਨੀਸ਼ੀਅਮ ਕਲੋਰਾਈਡ ਦੇ ਕੇਸ ਦੇ ਵਿੱਚ ਮੈਗਨੀਸ਼ੀਅਮ ਉੱਤੇ ਕਿੰਨਾ ਚਾਰਜ ਹੁੰਦਾ? +2। ਕੈਲਸ਼ੀਅਮ ਉੱਤੇ ਕਿੰਨਾ ਚਾਰਜ ਹੁੰਦਾ? +2। ਜੇ ਐਲਮੀਨੀਅਮ ਹੈ, ਐਲਮੀਨੀਅਮ 'ਤੇ ਕਿੰਨਾ ਚਾਰਜ ਹੋਊਗਾ? +3। ਠੀਕ ਹੈ, ਤਾਂ ਜੇ ਮੰਨ ਲਓ ਕਿਸੇ ਸਾਲਟ ਦੇ ਵਿੱਚ 2 ਐਲਮੀਨੀਅਮ ਦੇ ਆਇਨ ਪ੍ਰੈਜ਼ੈਂਟ ਹੈ, ਜਿਸ ਤਰ੍ਹਾਂ ਮੇਰੇ ਕੋਲ ਫਾਰਮੂਲਾ ਹੈਗਾ Al2SO43, ਰਾਈਟ? ਇਹਦੇ 'ਤੇ ਹੁਣ ਇੱਕ ਐਲਮੀਨੀਅਮ ਆਇਨ 'ਤੇ ਤਾਂ +3 ਚਾਰਜ ਹੈ, ਦੋਵਾਂ 'ਤੇ ਕਿੰਨਾ ਹੋਊਗਾ? ਦੈਟ ਵਿਲ ਬੀ +6। ਤਾਂ ਇਸ ਕੇਸ ਦੇ ਵਿੱਚ ਅਸੀਂ ਇਹਦੇ GMM ਨੂੰ +3 ਦੇ ਨਾਲ ਨਹੀਂ ਡਿਵਾਈਡ ਕਰਾਂਗੇ, ਬਲਕਿ ਕਿੰਨੇ ਨਾਲ ਡਿਵਾਈਡ ਕਰਾਂਗੇ? +6 ਦੇ ਨਾਲ। ਇਜ਼ ਦਿਸ ਕਲੀਅਰ? ਤਾਂ ਕਿਸੇ ਵੀ ਸਾਲਟ ਦੇ ਵਿੱਚ ਤਾਈਓ ਮੈਂ